ਪੈਨਿਕ ਮਚ ਜਾਂਦਾ ਹੈ, ਜੋ ਵੀ ਡਿਸਇਨਫੋਰਮੇਸ਼ਨ ਵॉर ਇੱਕ ਬਣ ਜਾਂਦੀ ਹੈ। ਕਿਹੋ ਜਿਹਾ ਪੈਨਿਕ ਸੀ? ਪੈਨਿਕ ਨਾ ਖਾਸ ਕਰਕੇ ਪੰਜਾਬ ਦੇ ਰਹਿਣ ਵਾਲਾ ਮੈਂ, ਉੱਥੇ ਬਾਰਡਰ ਏਰੀਆ ਦੇ ਵਿੱਚ ਪੈਨਿਕ ਹੁੰਦਾ ਕਿ ਪੂਰੇ ਆਏ ਦਿਨ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਦੇਖੋ ਜੀ ਪਾਕਿਸਤਾਨ ਨੇ ਇੰਨੇ ਮਿਜ਼ਾਈਲ ਛੱਡੇ ਤੇ ਅਸੀਂ ਫੁੰਡ ਦਿੱਤੇ। ਲੇਕਿਨ ਜੇ ਉਹ ਨਾ ਫੁੰਡੇ ਹੁੰਦੇ, ਮੰਨ ਲਓ ਕਿ ਜੇ ਸੱਚੀ ਮੁੱਚੀ ਕੋਈ ਮਿਜ਼ਾਈਲ ਆਇਆ, ਉਹ ਨਾ ਫੁੰਡਿਆ ਹੁੰਦਾ ਤਾਂ ਕਿਸੇ ਦਾ ਨੁਕਸਾਨ ਕਰਨਾ ਹੀ ਸੀਗਾ। ਅੱਛਾ, ਦੂਜੇ ਪਾਸੇ ਕਸ਼ਮੀਰ ਦਾ ਜਿਹੜਾ ਸਾਡਾ, ਉਹ ਕਸ਼ਮੀਰ ਵੀ ਸਰਹੱਦੀ ਏਰੀਆ, ਉੱਥੇ ਵੀ ਪੈਨਿਕ ਹੈ। ਈਵਨ ਇੱਥੋਂ ਤੱਕ ਕਿ ਕੁਝ ਜਿਹੜੀਆਂ ਰਿਪੋਰਟਾਂ ਖਬਰਾਂ ਆਉਂਦੀਆਂ ਰਹੀਆਂ, ਉਹ ਤੁਹਾਡੇ ਵਾਲੇ ਕਸ਼ਮੀਰ ਦੇ ਵਿੱਚੋਂ ਵੀ ਲੋਕ ਵਿਚਾਰੇ ਬਹੁਤ ਡਰੇ ਹੋਏ ਸੀਗੇ। ਜਿੰਨੇ ਵੀ ਬਾਰਡਰ ਏਰੀਆ ਦੇ ਲੋਕ ਨੇ ਨਾ, ਚਾਹੇ ਉਹ ਇੰਡੀਆ ਦੇ ਹੋਣ ਚਾਹੇ ਪਾਕਿਸਤਾਨ ਦੇ ਹੋਣ, ਉਹ ਸਫਰ ਕਰਦੇ ਨੇ। ਤੇ ਸੋ ਇਸ ਕਰਕੇ ਉਹਨਾਂ ਨੇ ਸਫਰ ਕੀਤਾ, ਉਹ ਪੈਨਿਕ ਹੋਣਾ ਸੁਭਾਵਿਕ ਹੈ। ਨਫ਼ਰਤ ਦੀ ਇੱਕ ਬੁਨਿਆਦ ਜਿਹੜੀ ਉਹ ਕਾਫੀ ਪੁਰਾਣੀ ਹੈ, ਲੇਕਿਨ ਇਸ ਵਾਰੀ ਇੱਕ ਹਿੰਦੂ ਮੁਸਲਿਮ ਬਾਈਨਰੀ ਜਿਹੜੀ ਬਣਾਈ ਗਈ ਹੈ, ਉਹਦੇ ਵਿੱਚ ਜਿਹੜੀ ਇਸ ਨਫ਼ਰਤ ਨੂੰ ਤਕਵੀਅਤ ਮਿਲੀ ਹੈ, ਜੋ ਉਹਨੂੰ ਇੰਨਾ ਮਜ਼ਬੂਤ ਕਰ ਦਿੱਤਾ ਗਿਆ ਹੈ, ਇਹਦਾ ਮਤਲਬ ਕਿ ਅਸਲ ਮਸਲਾ ਕੀ ਹੈ ਜਿਹੜਾ ਕਿ ਇਸ ਸਾਰੇ ਮਾਮਲੇ ਨੂੰ ਇਸ ਪਾਸੇ ਟੋਰ ਰਿਹਾ। ਜਦਕਿ ਅਸੀਂ ਤੇ ਕਹਿੰਦੇ ਹਾਂ ਕਿ ਮਸਲਾ ਜਿਹੜਾ ਹੈ ਉਹ ਗੁਰਬਤ ਹੈ, ਉਹ ਕਾਸਟ ਸਿਸਟਮ ਹੈ, ਉਹ ਸਰਮਾਏ ਦਾ ਜਿਹੜਾ ਇੱਕ ਸਿਸਟਮ ਹੈ ਪੂਰਾ, ਜਿਹਦੇ ਵਿੱਚ ਇੱਕ ਤਬਕਾ ਹੀ ਉੱਤੇ ਹੈ, ਬਾਕੀ ਸਾਰੇ ਪਿਸ ਰਹੇ ਨੇ। ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਦੇਖ ਰਹੇ ਹਾਂ ਕਿ ਕੁਝ ਕੁ ਸਾਲਾਂ ਬਾਅਦ ਫਿਰ ਦੋਵਾਂ ਮੁਲਕਾਂ ਦੇ ਸਬੰਧਾਂ ਦੇ ਵਿੱਚ ਤਣਾਅ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਇਹਦੇ ਵਿੱਚ ਚੰਗੇ ਚੰਗੇ ਅਮਨ ਕੀ ਆਸ਼ਾ ਜਾਂ ਉਹ ਮੋਮਬੱਤੀਆਂ ਜਗਾ ਲਓ ਵਾਹਗਾ ਸਰਹੱਦ ਉੱਤੇ, ਇਹ ਚੀਜ਼ਾਂ ਵੀ ਆਉਂਦੀਆਂ ਰਹੀਆਂ, ਪੀਸ ਕਾਨਫਰੰਸ ਵੀ ਹੁੰਦੀਆਂ ਰਹੀਆਂ, ਜੋ ਕਿ ਲਗਾਤਾਰ ਚੱਲਣੀਆਂ ਹੁੰਦੀਆਂ, ਬਲਕਿ ਇਦਾਂ ਦੇ ਮਾਹੌਲ 'ਚ ਜ਼ਿਆਦਾ ਚੱਲਣੀਆਂ ਹੁੰਦੀਆਂ। ਉਹਦੇ ਤੇ ਵੀ ਮੈਂ ਗੱਲ ਕਰਾਂਗਾ। ਇਹ ਤੁਹਾਡਾ ਜਿਹੜਾ ਸਵਾਲ ਸੀ ਕਿ ਉਹਦਾ ਕਾਰਨ ਕੀ ਹੈ, ਇਹਦੀ ਜੜ ਕਿੱਥੇ ਪਈ ਆ। ਦੇਖੋ, ਇੱਕ ਤਾਂ ਜੜ ਕਈ ਹੈ। ਇੱਕ ਤਾਂ ਮੈਨੂੰ ਲੱਗਦਾ ਕਿ ਜਿਹੜੀ ਬੁਨਿਆਦ ਹੀ ਸੀਗੀ ਨਾ ਸਾਡੀ, ਤੁਹਾਡੇ ਪਿੱਛੇ ਜੇ ਫੌਜ ਮੁਖੀ ਨੇ 2 ਨੇਸ਼ਨ ਥਿਊਰੀ ਦੀ ਗੱਲ ਕਰ ਦਿੱਤੀ, ਉਹ ਜਾ ਕੇ ਬਲਦੀ 'ਚ ਤੇਲ ਪਾਉਣ ਵਾਲਾ ਹੀ ਕੰਮ ਕੀਤਾ ਉਹਨੇ। ਤੇ ਫਿਰ ਸਾਡੇ ਵਾਲਿਆਂ ਨੇ ਉਹਨੂੰ ਕੱਟਣਾ ਸੀਗਾ, ਸਾਡੇ ਵਾਲਿਆਂ ਨੇ ਵੀ ਨਹੀਂ ਕੱਟਿਆ। ਉਹ ਕੱਟਿਆ ਕਿਉਂ ਨਹੀਂ? ਕਿਉਂਕਿ ਆਪ 2 ਨੇਸ਼ਨ ਥਿਊਰੀ ਯਕੀਨ ਕਰਦੇ ਨੇ, ਇਹ ਆਪ ਹਿੰਦੂ ਮੁਸਲਮਾਨ ਇੰਡੀਆ ਦੇ ਵਿੱਚ ਕਰਦੇ ਨੇ। ਇਸ ਕਰਕੇ ਇੱਥੇ ਇਹਨਾਂ ਦੇ ਹਿੱਤ ਸਾਂਝੇ ਸੀ।